ਵਾਹਿਗੁਰੂ ਜੀ ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ, ਜਿਨ ਸੁਣ ਮੰਨਿਆੜੀ ਅਕਥ ਕਹਾਣੀ ਰਾਮ। ਜਿਨ ਸੁਣ ਮੰਨਿਆੜੀ ਅਕਥ ਕਹਾਣੀ ਰਾਮ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਚਰਨਾਂ ਅੰਦਰ ਸੁਭਾਇਮਾਨ ਗੁਰੂ ਕੇ ਪਿਆਰਿਓ, ਅਦਬ ਸਤਿਕਾਰ ਸਹਿਤ ਸਾਹਿਬਾਂ ਦੀ ਗੋਦ ਅੰਦਰ ਹਾਜ਼ਰ ਹੁੰਦੇ ਹਨ, ਜਿੱਥੇ ਪਿਆਰ ਸਤਿਕਾਰ ਨਾਲ ਸਤਿਗੁਰਾਂ ਦੀ ਬਾਣੀ ਸਹਿਜ ਪਾਠ ਉਪਰੰਤ ਗੁਰੂ ਕੇ ਸਵਾਰਿਆਂ ਪਾਸੋਂ ਹਰੀ ਜਸ ਕੀਰਤਨ ਬੜੇ ਅਦਬ ਸਤਿਕਾਰ ਸਹਿਤ ਸ਼ਰਵਣ ਕਰ ਰਹੇ ਸਨ। ਸਾਹਿਬਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ। ਅੱਜ ਦਾ ਪਹਿਲਾ ਪ੍ਰਕਾਸ਼ ਪੁਰਬ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਵਰਗਾ ਕੀਮਤੀ ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ, ਜੋ ਆਪ ਸੰਗਤਾਂ ਬੜੇ ਅਦਬ ਸਤਿਕਾਰ ਨਾਲ ਸਾਰੇ ਮਨਾ ਰਹੇ ਹੋ। ਬਖਸ਼ਿਸ਼ ਕੀਤਾ ਪਾਵਨ ਹੁਕਮ ਗੁਰੂ ਕੇ ਸਵਾਰਿਆਂ ਨੇ, ਸਤਿਕਾਰਯੋਗ ਗਿਆਨੀ ਜੀ ਹੋਣਾ ਨੇ ਬੜੇ ਅਦਬ ਸਹਿਤ ਸ਼ਰਵਣ ਕਰਵਾਏ। ਆਓ ਚੰਦ ਘੜੀਆਂ ਬਖਸ਼ਿਸ਼ ਕੀਤੇ ਪਾਵਨ ਹੁਕਮ ਦੀ ਵਿਚਾਰ ਨਾਲ ਜੁੜਦੇ ਹਾਂ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ਿਸ਼ ਦੁਹਰਾਈਏ, ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਤਿਆਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਜਿਨ੍ਹਾਂ ਜਿਨ੍ਹਾਂ ਵੀਰਾਂ ਭੈਣਾਂ ਨੂੰ ਇਸ ਗੱਲ ਦਾ ਅਹਿਸਾਸ ਹੈ। ਵੈਸੇ ਬਹੁਤ ਘੱਟ ਗਿਣਤੀ ਹੈ। ਸਾਨੂੰ ਜਿਹੜੇ ਸਾਡੇ ਆਪਣੇ ਦਿਹਾੜੇ ਹਨ ਉਹ ਬਹੁਤੇ ਯਾਦ ਨਹੀਂ ਰਹਿੰਦੇ, ਤੇ ਜਿਨ੍ਹਾਂ ਦਿਹਾੜਿਆਂ ਨਾਲ ਸਾਡਾ ਸੰਬੰਧ ਕੋਈ ਨਹੀਂ ਹੁੰਦਾ ਉਹ ਸਾਨੂੰ ਬਹੁਤ ਯਾਦ ਰਹਿੰਦੇ ਹਨ। ਇੱਦਾਂ ਕਹਿ ਲਓ ਸੌਖੇ ਅਰਥਾਂ ਦੇ ਵਿੱਚ ਵੀ ਜਿਹੜੀ ਗੱਲ ਗੁਰੂ ਸਾਹਿਬ ਸਮਝਾਉਂਦੇ ਹਨ ਉਹ ਸਾਨੂੰ ਘੱਟ ਸਮਝ ਆਉਂਦੀ ਹੈ। ਜਿਹੜੀ ਗੱਲ ਤੋਂ ਗੁਰੂ ਸਾਹਿਬ ਵਰਜਦੇ ਹਨ ਉਹ ਪਤਾ ਨਹੀਂ ਸਾਨੂੰ ਕਿਉਂ ਬਿਨਾਂ ਦੱਸਿਆਂ ਹੀ ਸਮਝ ਆ ਜਾਂਦੀ ਹੈ। ਸੋ ਤੁਸੀਂ ਵਡਭਾਗੇ ਹੋ, ਸਤਿਗੁਰਾਂ ਦੀ ਗੋਦ ਵਿੱਚ ਬਹਿ ਕੇ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਆਪਾਂ ਸਾਰੇ ਮਨਾਉਣ ਦਾ ਯਤਨ ਕਰ ਰਹੇ ਹਾਂ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਪਹਿਲੇ ਪ੍ਰਕਾਸ਼ ਪੁਰਬ ਦੀਆਂ। ਕਿਸੇ ਵੀ ਕੌਮ ਦਾ ਸਰਮਾਇਆ ਉਹਨਾਂ ਦਾ ਧਰਮ ਗ੍ਰੰਥ ਹੁੰਦਾ। ਸਭ ਤੋਂ ਕੀਮਤੀ ਸਰਮਾਇਆ ਹੁੰਦਾ ਹੈ ਕਿਸੇ ਵੀ ਕੌਮ ਦਾ ਉਹਨਾਂ ਦਾ ਧਰਮ ਗ੍ਰੰਥ।
ਤੇ ਧਰਮ ਗ੍ਰੰਥ ਦਾ ਮਤਲਬ ਹੁੰਦਾ ਹੈ ਵੀ ਉਹ ਕਿੰਨਾ ਕੁ ਯੂਨੀਵਰਸਲ ਪੱਧਰ ਤੇ ਸੁਨੇਹਾ ਦਿੰਦਾ ਹੈ, ਕਿੰਨਾ ਕੁ ਕੀਮਤੀ ਸੁਨੇਹਾ ਉਸ ਧਰਮ ਗ੍ਰੰਥ 'ਚ ਲਿਖਿਆ ਹੈ। ਗ੍ਰੰਥ ਤੇ ਧਰਮ ਗ੍ਰੰਥ, ਇਹਨਾਂ ਦੋ ਚੀਜ਼ਾਂ 'ਚ ਫਰਕ ਹੁੰਦਾ ਹੈ। ਗ੍ਰੰਥ ਬਹੁਤ ਦੁਨੀਆ ਕੋਲ ਹੁੰਦੇ ਨੇ, ਪਰ ਧਰਮ ਗ੍ਰੰਥ ਹਰ ਕਿਸੇ ਦੇ ਕੋਲ ਨਹੀਂ ਹੁੰਦਾ। ਗ੍ਰੰਥ ਦਾ ਮਤਲਬ ਹੁੰਦਾ ਜਿਹਦੇ ਵਿੱਚ ਕੁਝ ਲਿਖਿਆ ਹੋਵੇ ਤੇ ਚੰਗਾ ਲਿਖਿਆ ਹੋਵੇ। ਧਰਮ ਗ੍ਰੰਥ ਦਾ ਮਤਲਬ ਹੁੰਦਾ ਜਿਸ 'ਚ ਸੱਚੀ ਮੁੱਚੀ ਧਰਮ ਦੀ ਗੱਲ ਲਿਖੀ ਹੋਵੇ, ਜਿਹਨੂੰ ਧਰਮ ਗ੍ਰੰਥ ਕਿਹਾ ਜਾ ਸਕਦਾ ਹੋਵੇ। ਔਰ ਇਸ ਗੱਲ ਦਾ ਸਾਨੂੰ ਮਾਣ ਹੈ, ਜੇ ਇਮਾਨਦਾਰੀ ਨਾਲ ਕੁੱਲ ਸੰਸਾਰ ਦੇ ਧਰਮ ਗ੍ਰੰਥਾਂ ਨੂੰ ਫਰੋਲਿਆ ਜਾਏਗਾ ਤੇ ਜੇ ਧਰਮ ਦੀ ਕਸਵੱਟੀ ਤੇ ਕੋਈ ਖਰਾ ਉਤਰੇਗਾ ਤੇ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਤਰੇਗਾ, ਜਿਸ ਦੀ ਗਵਾਹੀ ਸਿਰਫ ਮੈਂ ਨਹੀਂ ਵੀ ਸਿੱਖ ਪ੍ਰਚਾਰਕ ਹੋਣ ਦੇ ਨਾਤੇ ਮੈਂ ਕਹਿ ਰਿਹਾ। ਤੁਸੀਂ ਕਿੰਨੇ ਹੀ ਵਿਦਵਾਨਾਂ ਨੂੰ ਪੜ੍ਹੋਗੇ ਤੇ ਉਹ ਮੰਨਦੇ ਨੇ ਵੀ ਜੇ ਕੁੱਲ ਸੰਸਾਰ ਦੇ ਵਿੱਚ ਖੁਸ਼ਹਾਲੀ ਚਾਹੀਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ, ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਕੁੱਲ ਦੁਨੀਆ ਤੱਕ ਪਹੁੰਚਾਉਣੀ ਪਏਗੀ। ਕਿਉਂ ਪਹੁੰਚਾਉਣੀ ਪਏਗੀ? ਕਿਉਂਕਿ ਇੱਕੋ ਇੱਕ ਗ੍ਰੰਥ ਹੈ ਜਿਹਦੇ ਵਿੱਚ ਸਤਿਗੁਰਾਂ ਨੇ ਇਸ ਬਾਤ ਤੋਂ ਸਾਨੂੰ ਜਾਣੂ ਕਰਾਇਆ ਵੀ ਮਨੁੱਖ ਹਰ ਵੇਲੇ ਵਿਕਾਸਸ਼ੀਲ ਕਿਵੇਂ ਰਹਿ ਸਕਦਾ ਹੈ, ਚੜ੍ਹਦੀ ਕਲਾ 'ਚ ਕਿਵੇਂ ਰਹਿ ਸਕਦਾ ਹੈ। ਅਸੀਂ ਇਹ ਗੱਲ ਸਵੇਰੇ ਜਦੋਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਉਸ ਵੇਲੇ 4 ਵਾਰ ਇਹ ਸ਼ਬਦ ਬਾਬੇ ਨੇ ਬਾਣੀ 'ਚ ਦੁਹਰਾਇਆ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਇਹ ਗੱਲ ਵੱਖਰੀ ਹੈ ਵੀ ਇਹਨੂੰ ਅਸੀਂ ਬਹੁਤੇ ਧਿਆਨ ਨਾਲ ਕਦੀ ਨਹੀਂ ਵਾਚਿਆ। ਸਤਿਗੁਰੂ ਜੀ ਕਹਿੰਦੇ ਜਿਹੜਾ ਭਗਤ ਹੈ ਉਹ ਪਹਿਲੀ ਨਿਸ਼ਾਨੀ ਉਹਦੀ ਇਹ ਹੈ ਵੀ ਉਹ ਸਦਾ ਵਿਗਾਸ ਵਿੱਚ ਰਹਿੰਦਾ, ਤੇ ਦੂਸਰਾ ਉਹ ਵਿਗਾਸ ਵਿੱਚ ਕਿਵੇਂ ਰਹਿੰਦਾ? ਕਿਉਂਕਿ ਉਹ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣਦਾ ਤੇ ਦੁੱਖਾਂ ਤੇ ਪਾਪਾਂ ਦਾ ਸਦਾ ਵਾਸਤੇ ਨਾਸ਼ ਕਰ ਦਿੰਦਾ। ਜ਼ਿੰਦਗੀ 'ਚ ਉਤਰਾਵਾਂ ਤੇ ਚੜਾਵਾਂ ਦਾ ਆਉਣਾ ਸੁਭਾਵਕ ਹੈ, ਪਰ ਕੋਈ ਉਤਰਾ ਚੜਾ ਤੁਹਾਨੂੰ ਪਰੇਸ਼ਾਨ ਨਾ ਕਰਨ, ਇਹ ਗੱਲ ਬਹੁਤ ਅਹਿਮੀਅਤ ਰੱਖਦੀ ਹੈ। ਔਰ ਜਦੋਂ ਤੁਸੀਂ ਸੱਚੇ ਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਦਾ ਇਤਿਹਾਸ ਪੜ੍ਹੋਗੇ ਨਾ, ਮੈਂ ਇਹ ਸ਼ਬਦ ਜ਼ੋਰ ਦੇ ਕੇ ਤਾਂ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਦਾ, ਅੱਜ ਜਿਹੜਾ ਸਿੱਖ ਹੈ ਨਾ ਅਸਲ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ ਰਹਿ ਗਿਆ। ਅੱਜ ਸਿੱਖ ਨੇ ਜਥੇਬੰਦੀਆਂ ਦੇ, ਧੜਿਆਂ ਦੇ ਸਿੱਖ। ਇੱਕ ਧੜੇ ਦਾ ਸਿੱਖ ਦੂਜੇ ਧੜੇ ਦੀ ਗੱਲ ਪ੍ਰਵਾਨ ਨਹੀਂ ਕਰਦਾ, ਇੱਕ ਧੜੇ ਦਾ ਸਿੱਖ ਦੂਜੇ ਧੜੇ ਨੂੰ ਵੇਖਣਾ ਪਸੰਦ ਨਹੀਂ ਕਰਦਾ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹੈ ਨਾ, ਉਹਨਾਂ ਬਾਰੇ ਤਾਂ ਇੱਦਾਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ ਹੈ ਇਨਮੇ ਇਤਫਾਕ ਮਹਾਨ, ਸਿੱਖ ਪੈ ਵਾਰਤ ਜਾਨ। ਇਹਨਾਂ ਦੇ ਇਤਫਾਕ ਦੀਆਂ ਤੇ ਕਿਆ ਬਾਤਾਂ ਕਰਨੀਆਂ ਹੋਈਆਂ। ਸਿੱਖ ਲਈ ਜਾਨ ਦਿੰਦਾ, ਔਰ ਇਕੱਲਾ ਇੰਨਾ ਹੀ ਨਹੀਂ ਵੀ ਸਿੱਖ ਲਈ ਜਾਨ ਦਿੰਦਾ। ਇਤਿਹਾਸ ਗਵਾਹ ਹੈ ਵੀ ਦੁਨੀਆ 'ਚ ਕਿਤੇ ਵੀ ਮੁਸ਼ਕਲ ਹੋਵੇ ਤੇ ਸਿੱਖ ਉੱਥੇ ਆਪਣੇ ਆਪ ਨੂੰ ਸਾਰਿਆਂ ਤੋਂ ਪਹਿਲਾਂ ਸ਼ਾਮਲ ਕਰਦਾ। ਉਹ ਕਿਉਂ ਕਰਦਾ? ਕਿਉਂਕਿ ਇਹਦੀ ਜ਼ਿੰਦਗੀ ਦੇ ਅੰਦਰ ਇਹ ਗੱਲ ਭਰੀ ਪਈ ਹੈ ਵੀ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ। ਔਰ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਰੰਭ ਕੀਤੀ ਸੀ ਨਾ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੇ ਇਸ ਨੂੰ ਮੋਹਰ ਲਾਈ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ 5ਵੀਂ ਜੋਤ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਦੀ ਧਰਤੀ ਤੇ। ਅੱਜ ਦੇ ਹੁਕਮ ਨੂੰ ਵੀ ਆਪਾਂ ਨਾਲ ਵਿਚਾਰਨਾ ਹੈ। ਪਹਿਲੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਅੱਜ ਸ਼ਾਮ ਨੂੰ 6 ਵਜੇ ਤੋਂ ਲੈ ਕੇ 7:30 ਵਜੇ ਤੱਕ ਅਸੀਂ ਇੱਕ ਵਿਚਾਰ ਚਰਚਾ, ਵਿਚਾਰ ਗੋਸ਼ਟੀ ਸਮਾਗਮ ਰੱਖਿਆ। ਕੋਸ਼ਿਸ਼ ਕਰਿਓ ਆਪਾਂ ਉਹਦਾ ਹਿੱਸਾ ਬਣੀਏ ਸਾਰੇ, ਔਰ ਚਰਚਾ ਹੋਏਗੀ। ਆਪਾਂ ਸਾਰੇ ਰਲ ਮਿਲ ਕੇ ਇਸ ਤੇ ਚਰਚਾ ਕਰੀਏ। ਪਹਿਲਾ ਪ੍ਰਕਾਸ਼ ਕਦੋਂ ਹੋਇਆ, ਕਿਉਂ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਉਂ? ਪਹਿਲਾਂ ਕਦੀ ਨਹੀਂ ਹੋਇਆ ਵੀ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਂ ਕਿਸੇ ਸ਼ਬਦ ਨੂੰ ਜਾਂ ਪੋਥੀ ਨੂੰ ਗੁਰਤਾ ਗੱਦੀ ਦਿੱਤੀ ਗਈ ਹੋਵੇ, ਜਾਂ ਕਿਸੇ ਸ਼ਬਦ ਨੂੰ ਗੁਰੂ ਮੰਨਿਆ ਗਿਆ ਹੋਵੇ। ਇਹ ਪਹਿਲੀ ਵਾਰ ਹੋਇਆ ਸੀ ਇਤਿਹਾਸ ਵਿੱਚ ਵੀ ਸ਼ਬਦਾਂ ਨੂੰ ਗੁਰੂ ਮੰਨਿਆ ਗਿਆ, ਔਰ ਇਹਦੀ ਨੀਂਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਰੱਖ ਦਿੱਤੀ ਸੀ। ਕਿਉਂਕਿ ਜੋਤ ਇੱਕੋ ਹੀ ਹੈ। ਇਹਦੀ ਸ਼ੁਰੂਆਤ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਹੋ ਗਈ, ਜਦੋਂ ਬਾਬੇ ਨੇ ਬਾਣੀ 'ਚ ਸ਼ਬਦ ਦਰਜ ਕਰ ਦਿੱਤੇ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੌਰਾਨੰਦ। ਗੁਰੂ ਸਾਹਿਬ ਜੀ ਨੇ ਕਿਹਾ ਵੀ ਸ਼ਬਦ ਤੋਂ ਬਿਨਾਂ ਜੱਗ ਕਮਲਿਆਂ ਵਾਲੇ ਕੰਮ ਕਰੇਗਾ। ਬੌਰਾਨੰਦ ਦਾ ਮਤਲਬ ਹੁੰਦਾ ਹੈ ਪਾਗਲ। ਸ਼ਬਦ ਕੀ ਹੁੰਦੇ ਨੇ?
ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਸਮਝਾਉਂਦੀ ਹੈ ਜਿਹੜੇ ਸ਼ਬਦ ਵਿੱਚ ਅਕਾਲ ਪੁਰਖ ਵਾਹਿਗੁਰੂ ਇੱਕ ਪ੍ਰਮਾਤਮਾ ਦਾ ਸਿਧਾਂਤ, ਇੱਕ ਪ੍ਰਮਾਤਮਾ ਦੀ ਵਿਚਾਰਧਾਰਾ ਦੱਸੀ ਗਈ ਹੋਵੇ। ਜਿਹੜੇ ਸ਼ਬਦ ਕਿਸੇ ਵਿਅਕਤੀ ਵਿਸ਼ੇਸ਼ ਦੀ ਅਹਿਮੀਅਤ ਦਰਸਾਉਂਦੇ ਹੋਣ ਤੇ ਉਹ ਵਿਅਕਤੀ ਵਿਸ਼ੇਸ਼ ਸਮੇਂ ਦੇ ਮੁਤਾਬਕ ਖਤਮ ਹੋ ਜਾਏ, ਸਮੇਂ ਮੁਤਾਬਕ ਉਹ ਮਹਾਨ ਹੋਵੇ, ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਖੁਦਾ ਤੇ ਰੱਬ ਨਹੀਂ ਮੰਨਿਆ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬੋਲ ਵੀ ਬਾਣੀ ਦੇ ਅੰਦਰ ਦਰਜ ਕਰ ਦਿੱਤੇ ਵੀ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਔਰ ਇਹ ਵੀ ਸ਼ਬਦ ਬਾਣੀ 'ਚ ਮਹਾਰਾਜ ਨੇ ਲਿਖੇ, ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ। ਇਹ ਵੀ ਗੱਲ ਯਾਦ ਰੱਖਿਓ। ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ, ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਇਲਾਵਾ ਜੇ ਕੋਈ ਮਨੁੱਖ ਤੁਹਾਨੂੰ ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰੇ, ਔਰ ਇਹ ਨਹੀਂ ਵੀ ਅੱਜ ਵਾਪਰ ਰਿਹਾ, ਇਹ ਬਾਬੇ ਨਾਨਕ ਜੀ ਤੋਂ ਬਾਅਦ ਤੀਸਰੇ ਪਾਤਸ਼ਾਹ ਜੀ ਦੇ ਵੇਲੇ, ਚੌਥੇ ਪਾਤਸ਼ਾਹ ਜੀ ਦੇ ਵੇਲੇ, ਇੱਥੋਂ ਤੱਕ ਵੀ ਪ੍ਰਿਥੀ ਚੰਦ ਵੇਲੇ ਤਾਂ ਵੱਖਰਾ ਇੱਕ ਮਿਹਰਬਾਨ ਹੋਣਾ ਨੇ ਗ੍ਰੰਥ ਤਿਆਰ ਕਰ ਲਿਆ, ਜਿਹਦੀਆਂ ਬਹੁਤ ਸਾਰੀਆਂ ਨਾਨਕ ਪਦ ਵੀ ਵਰਤਿਆ ਗਿਆ। ਬਹੁਤ ਸਾਰੇ ਸ਼ਬਦ ਅਸੀਂ ਵੀ ਅਜੇ ਤੱਕ ਕਈ ਵਾਰ ਵਿਆਹਾਂ ਸ਼ਾਦੀਆਂ ਦੇ ਆਪਣੇ ਕਾਰਡਾਂ ਤੇ ਲਿਖਾ ਦਿੰਦੇ ਹਾਂ, ਔਰ ਅਸੀਂ ਉਹਨਾਂ ਪੰਕਤੀਆਂ ਨੂੰ ਗੌਰ ਹੀ ਨਹੀਂ ਕਰਦੇ ਵੀ ਇਹ ਗੁਰੂ ਗ੍ਰੰਥ ਸਾਹਿਬ 'ਚ ਹੈ। ਕਈ ਵਾਰ ਗੁਰੂ ਦੀ ਹਜ਼ੂਰੀ 'ਚ ਵੀ ਬੋਲੀਆਂ ਜਾਂਦੀਆਂ ਬਹੁਤ ਸਾਰੀਆਂ ਪੰਕਤੀਆਂ। ਤਾਂ ਇਹਦਾ ਮਤਲਬ ਹੈ ਇਹਦੀ ਨਕਲ ਉਸ ਵੇਲੇ ਤੋਂ ਹੀ ਸ਼ੁਰੂ ਹੋ ਗਈ ਸੀ, ਕਿਉਂਕਿ ਜਿੰਨਾ ਚਿਰ ਤੱਕ ਤੁਸੀਂ ਨਕਲ ਪੈਦਾ ਨਹੀਂ ਕਰੋਗੇ ਉਹਨਾਂ ਚਿਰ ਤੱਕ ਅਸਲ ਪ੍ਰਤੀ ਦੁਬਿਧਾ ਨਹੀਂ ਪੈਦਾ ਕੀਤੀ ਜਾ ਸਕਦੀ। ਜਿਹੜੀਆਂ ਪੰਕਤੀਆਂ ਅਸੀਂ ਪੜ੍ਹਦੇ ਆ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਿਹੜੀਆਂ ਪੰਕਤੀਆਂ ਤੁਸੀਂ ਆਮ ਵਿਆਹਾਂ ਸ਼ਾਦੀਆਂ ਦੇ ਕਾਰਡਾਂ ਤੇ ਵੇਖਦੇ ਹੋ, ਸਤਿਗੁਰ ਦਾਤੇ ਕਾਜ ਰਚਾਇਆ, ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੇ, ਇਹ ਉਸ ਦੀ ਵਡਿਆਈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਨਹੀਂ ਹਨ ਇਹ ਪੰਕਤੀਆਂ ਕਿਤੇ ਵੀ। ਫਿਰ ਅਸੀਂ ਇਹ ਪੰਕਤੀਆਂ ਕਿਉਂ ਲਿਖਣੀਆਂ ਸ਼ੁਰੂ ਕੀਤੀਆਂ? ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਵੀ ਬਹੁਤ ਸਾਰੀਆਂ ਪੰਕਤੀਆਂ ਇਸ ਤਰ੍ਹਾਂ ਦੀਆਂ ਲੱਭੀਆਂ ਜਾ ਸਕਦੀਆਂ ਸਨ। ਫਿਰ ਇੱਕ ਸ਼ਬਦ ਤੁਸੀਂ ਆਮ ਕਰਕੇ ਜਦੋਂ ਕਿਤੇ ਕੋਈ ਪ੍ਰਾਣੀ ਚੜ੍ਹਾਈ ਕਰਦਾ ਤੇ ਉੱਥੇ ਖਾਸ ਕਰਕੇ ਵਰਤਿਆ ਜਾਂਦਾ ਹੈ, कबीरा जब हम आए जगत में जग हंसा हम रोए, ऐसी करनी कर चलो हम हंसे जग रोए। ये गुरु ग्रंथ साहब विच किते भी नहीं हैं। ਇਹਦਾ ਮਤਲਬ ਇਹ ਹੋਇਆ ਵੀ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਬਾਅਦ ਜਦੋਂ ਹੀ ਸ਼ਬਦ ਦੀ ਪ੍ਰਧਾਨਗੀ ਗੁਰੂ ਨਾਨਕ ਦੇ ਘਰ ਵਿੱਚ ਮਿਲੀ ਤਾਂ ਉਹਦੇ ਪੈਰਲਲ ਇਹ ਵਿਚਾਰਧਾਰਾ ਉਸ ਵੇਲੇ ਤੋਂ ਹੀ ਆਰੰਭ ਹੋ ਗਈ ਸੀ। ਪਰ ਸਿੱਖ ਬੜੇ ਸੂਝਵਾਨ ਸਨ। ਭਾਈ ਗੁਰਦਾਸ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਏ ਗਏ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਹਨ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੰਪਲੀਟ ਕੀਤਾ। ਇਤਿਹਾਸ ਵਿੱਚ ਬੜੀ ਪਿਆਰੀ ਇੱਕ ਘਟਨਾ ਆਉਂਦੀ ਹੈ ਵੀ ਭਾਈ ਗੁਰਦਾਸ ਜੀ ਲਿਖ ਰਹੇ ਸਨ ਤੇ ਲਿਖਦਿਆਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਮੂੰਹ ਇੱਕ ਵਾਕ ਵਰਤਿਆ ਤੇ ਭਾਈ ਗੁਰਦਾਸ ਜੀ ਨੇ ਕਲਮ ਥੱਲੇ ਰੱਖਤੀ। ਔਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਵੀ ਭਾਈ ਗੁਰਦਾਸ ਜੀ ਲਿਖ ਨਹੀਂ ਰਹੇ। ਉਹ ਕਹਿੰਦੇ ਮੇਰੇ ਪਿਤਾ ਦੀ ਆਵਾਜ਼ ਨਹੀਂ। ਤੁਸੀਂ ਸਿੱਖ ਵੇਖੋ ਕਿੱਡਾ ਸਿਆਣਾ ਹੈ। ਹਾਲਾਂਕਿ ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਮੂੰਹੋਂ ਨਿਕਲ ਰਹੇ ਨੇ। ਔਰ ਸਿੱਖ ਕਿੰਨਾ ਕੁ ਸਿਆਣਾ ਹੋਏਗਾ ਔਰ ਕਿੰਨਾ ਕੁ ਸੂਝਵਾਨ ਹੋਏਗਾ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਮੂੰਹੋਂ ਨਿਕਲਦੇ ਸ਼ਬਦਾਂ ਪ੍ਰਤੀ ਵੀ ਭਾਈ ਗੁਰਦਾਸ ਜੀ ਕਹਿੰਦੇ ਮੇਰੇ ਗੁਰੂ ਦੀ ਆਵਾਜ਼ ਨਹੀਂ ਹੈ, ਇਹ ਮੇਰੇ ਗੁਰੂ ਦੇ ਬੋਲ ਨਹੀਂ ਹਨ। ਔਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬੜੇ ਪਿਆਰ ਨਾਲ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਸੱਚੀ ਮੁੱਚੀ ਕੋਈ ਦੁਨੀਆ ਦੀ ਤਾਕਤ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਾਵਟ ਨਹੀਂ ਪੈਦਾ ਕਰ ਸਕਦੀ, ਜੇ ਤੇਰੇ ਵਰਗੇ ਸਿਆਣੇ ਸਿੱਖ ਹੋਣ ਤਾਂ। ਅੱਜ ਤਾਂ ਤੁਸੀਂ ਵੇਖੋ ਬਹੁਤ ਕੁਝ ਉਲਝ ਗਿਆ ਨਾ ਇਸ ਤਰ੍ਹਾਂ ਦਾ। ਔਰ ਇੰਨੀ ਸੂਝ-ਬੂਝ ਅੱਜ ਹਰ ਸਿੱਖ ਨੂੰ ਲਿਆਉਣੀ ਪੈਣੀ ਹੈ। ਹੋਣਾ ਇਹ ਚਾਹੀਦਾ ਸੀ, ਤੁਸੀਂ ਵੇਖੋ ਸਾਡੇ ਘਰਾਂ ਵਿੱਚੋਂ ਗੁਰਬਾਣੀ ਦਾ ਸਾਹਿਤ ਗਵਾਚ ਗਿਆ, ਪੋਥੀਆਂ ਗਵਾਚ ਗਈਆਂ। ਮੈਂ ਕੱਲ ਵੀ ਕਿਹਾ ਸੀ ਵੀ ਜਦੋਂ ਕਿਸੇ ਦੇ ਘਰ ਪੋਥੀ ਰੱਖਣ ਦਾ ਜ਼ਿਕਰ ਚੱਲੇ ਨਾ, ਆਪਾਂ ਕਹਿੰਦੇ ਹਾਂ ਸਾਡਾ ਘਰ ਨਾਲ ਸਫਾਈ ਨਹੀਂ, ਇਸ ਕਰਕੇ ਅਸੀਂ ਪੋਥੀ ਨਹੀਂ ਰੱਖ ਸਕਦੇ। ਇਹ ਜ਼ਰੂਰ ਚੈੱਕ ਕਰੋ ਵੀ ਕਿਹੜੀ ਇਹੋ ਜਿਹੀ ਚੀਜ਼ ਤੁਹਾਡੇ ਘਰ ਪਈ ਹੈ ਜਿਹਦੇ ਕਰਕੇ ਪੋਥੀ ਨਹੀਂ ਰੱਖੀ ਜਾ ਸਕਦੀ। ਫਿਰ ਇਹ ਫੈਸਲਾ ਕਰੋ ਵੀ ਪੋਥੀ ਮਹਾਨ ਹੈ ਕਿ ਉਹ ਚੀਜ਼ ਮਹਾਨ ਹੈ। ਤੇ ਜੇ ਪੋਥੀ ਨਾਲ ਉਹ ਚੀਜ਼ ਮਹਾਨ ਨਹੀਂ ਹੈ ਫਿਰ ਉਹਨੂੰ ਬਾਹਰ ਕੱਢੋ ਤੇ ਪੋਥੀ ਨੂੰ ਆਪਣੇ ਘਰ ਲਿਆਓ, ਜੇ ਆਪਣੀਆਂ ਪੀੜ੍ਹੀਆਂ ਬਚਾਉਣੀਆਂ ਨੇ, ਜੇ ਆਉਣ ਵਾਲੀ ਜਨਰੇਸ਼ਨ ਬਚਾਉਣੀ ਹੈ ਆਪਣੀ। ਔਰ ਇਹ ਜ਼ਿੰਮੇਵਾਰੀ ਤੁਹਾਨੂੰ ਚੁੱਕਣੀ ਪੈਣੀ ਹੈ। ਜਿੰਨਾ ਚਿਰ ਤੱਕ ਐਵੇਂ ਨਹੀਂ ਬਾਬੇ ਨੇ ਕਿਹਾ ਪੋਥੀ ਪਰਮੇਸ਼ਰ ਕਾ ਥਾਨ, ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਇਹ ਵਡਿਆਈ ਹੈ। ਬਾਬੇ ਨੇ ਬਾਣੀ ਨੂੰ ਇਹ ਸ਼ਬਦਾਂ ਨਾਲ ਵੀ ਸੰਬੋਧਨ ਕੀਤਾ, ਵਾਹ ਵਾਹ ਬਾਣੀ ਨਿਰੰਕਾਰ ਹੈ। ਜਿਹਦੇ ਕੋਲ ਬਾਣੀ ਹੈ ਉਹਦੇ ਕੋਲ ਰੱਬ ਹੈ।
ਇਹਦੇ ਤੋਂ ਇਲਾਵਾ ਇੱਥੋਂ ਤੱਕ ਸ਼ਬਦ ਮਹਾਰਾਜ ਬਾਣੀ 'ਚ ਵਰਤਦੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਤਾਰੀ ਰਹੇ। ਨਿਮਖ ਕਹਿੰਦੇ ਨੇ ਅੱਖ ਝਮਕਣ ਦੇ ਸਮੇਂ ਨੂੰ। ਗੁਰੂ ਇੱਕ ਨਿਮਖ ਮਾਤਰ ਵੀ ਬਾਣੀ ਨੂੰ ਆਪਣੀ ਜ਼ਿੰਦਗੀ 'ਚ ਦੂਰ ਨਹੀਂ ਕਰਦੇ। ਔਰ ਕੱਲੇ ਗੁਰੂ ਸਾਹਿਬਾਨ ਨਹੀਂ, ਤੁਸੀਂ ਨਾ ਜਦੋਂ ਇਤਿਹਾਸ ਦੇ ਵਰਕੇ ਫਰੋਲੋਗੇ ਔਰ ਅਖੰਡ ਪਾਠ ਦਾ ਇਤਿਹਾਸ ਪੜ੍ਹਿਓ ਕਦੀ, ਤੇ ਸ਼ਾਇਦ ਸਾਨੂੰ ਅਹਿਸਾਸ ਹੋਵੇ ਵੀ ਅਖੰਡ ਪਾਠ ਵੀ ਅਸਲ 'ਚ ਉਹਨਾਂ ਸਮਿਆਂ 'ਚ ਆਰੰਭ ਹੋਏ ਸਨ ਜਦੋਂ ਸਿੱਖ ਜੰਗਲਾਂ ਵਿੱਚ ਰਹਿੰਦੇ, ਔਰ ਇੱਥੋਂ ਤੱਕ ਆਪਣੀਆਂ ਪਿੱਠਾਂ ਤੇ ਮਹਾਰਾਜ ਦਾ ਸਰੂਪ ਦਾ ਪ੍ਰਕਾਸ਼ ਕਰਦੇ ਬਾਣੀ ਪੜ੍ਹਨ ਵਾਸਤੇ, ਕਿ ਕਿਤੇ ਸਿੱਖ ਦਾ ਅਭਿਆਸ ਬਾਣੀ ਨਾਲੋਂ ਟੁੱਟ ਨਾ ਜਾਏ। ਔਰ ਤੁਸੀਂ ਰਹਿਤ ਮਰਿਆਦਾ ਵਿੱਚ ਅਖੰਡ ਪਾਠ ਦਾ ਚੈਪਟਰ ਪੜ੍ਹੋਗੇ ਨਾ, ਉਹਦੇ 'ਚ ਲਿਖਿਆ ਭੀੜ ਜਾਂ ਉਤਸ਼ਾਹ। ਇਹਦਾ ਮਤਲਬ ਹੈ ਸਿੱਖਾਂ ਤੇ ਭੀੜ ਪਈ ਹੈ, ਸਿੱਖਾਂ ਦੇ ਘਰ ਘਾਟ ਨਹੀਂ, ਜੰਗਲਾਂ ਵਿੱਚ ਰਹਿ ਰਹੇ ਨੇ। ਤੇ ਉਸ ਭੀੜ ਵੇਲੇ ਸਿੱਖਾਂ ਨੂੰ ਇਹ ਲੱਗਿਆ ਵੀ ਇਹ ਨਾ ਹੋਵੇ ਵੀ ਆਪਾਂ ਲੜਦੇ ਭਿੜਦੇ ਇੰਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਚਲੇ ਜਾਈਏ ਵੀ ਸਾਡੇ ਕੋਲੋਂ ਬਾਣੀ ਦਾ ਸਿਧਾਂਤ ਗਵਾਚ ਜਾਏ। ਤੇ ਸਿੱਖ ਆਪਣੀਆਂ ਪਿੱਠਾਂ ਤੇ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਰਹੇ। ਇਸੇ ਕਰਕੇ ਉਹਨਾਂ ਸਿੱਖਾਂ ਦਾ ਕਿਰਦਾਰ ਦੱਸਦਾ ਵੀ ਉਹਨਾਂ ਨੇ ਦੂਜੇ ਦੀਆਂ ਬੱਚੀਆਂ ਨੂੰ, ਦੂਜੇ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਨਾਲੋਂ ਵੱਧ ਪਿਆਰ ਕੀਤਾ। ਇਸੇ ਕਰਕੇ ਅੰਗਰੇਜ਼ ਹਕੂਮਤ ਨੂੰ ਲੱਗਿਆ ਵੀ ਸਿੱਖ ਦੇ ਕਿਰਦਾਰ ਨੂੰ ਮਾਰਨ ਤੋਂ ਬਿਨਾਂ ਸਿੱਖ ਨਹੀਂ ਮਾਰਿਆ ਜਾਣਾ। ਜੇ ਸਿੱਖ ਮਾਰਨਾ ਤੇ ਸਿੱਖ ਦਾ ਕਿਰਦਾਰ ਖਤਮ ਕਰਨਾ ਪਏਗਾ। ਔਰ ਸਿੱਖ ਦਾ ਕਿਰਦਾਰ ਉਹਨਾਂ ਚਿਰ ਨਹੀਂ ਮਰਦਾ ਜਿੰਨਾ ਚਿਰ ਤੱਕ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਲੜ ਲੱਗੇ। ਇਸ ਲਈ ਜੇ ਸਿੱਖ ਦੇ ਕਿਰਦਾਰ ਨੂੰ ਠੇਸ ਪਹੁੰਚਾਉਣੀ ਹੈ ਤੁਸੀਂ, ਤੇ ਇਹਨਾਂ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਖੋਣੀ ਪਏਗੀ। ਔਰ ਤੁਸੀਂ ਵੇਖੋ ਇੱਕ ਪੂਰੀ ਪਲੈਨਿੰਗ ਦੇ ਨਾਲ, ਪਤਾ ਹੀ ਨਹੀਂ ਲੱਗਿਆ ਸਾਨੂੰ ਕਿਹੜੇ ਵੇਲੇ ਸਾਡੇ ਹੱਥਾਂ ਦੇ ਵਿੱਚੋਂ ਗੁਰਬਾਣੀ ਦੇ ਗੁਟਕੇ ਖੋਹ ਕੇ, ਸਾਡੇ ਹੱਥਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਤੇ ਪੋਥੀਆਂ ਖੋਹ ਕੇ ਸਾਡੇ ਘਰ ਮੈਖਾਨੇ ਬਣਾਤੇ ਅਗਲਿਆਂ ਨੇ। ਸ਼ਰਾਬ ਰੱਖਣ ਦੀ ਥਾਂ ਅਸੀਂ ਆਪਣੇ ਘਰਾਂ 'ਚ ਬਣਾ ਲਈ, ਪੋਥੀ ਰੱਖਣ ਦੀ ਥਾਂ ਅਸੀਂ ਆਪਣੇ ਘਰਾਂ 'ਚੋਂ ਗਵਾ ਲਈ। ਇਹ ਰਾਤੋਂ ਰਾਤ ਨਹੀਂ ਹੋਈ ਗੱਲ। ਸੋ ਗੁਰੂ ਕੇ ਪਿਆਰਿਓ, ਅੱਜ ਦਾ ਪਾਵਨ ਹੁਕਮ ਵੀ ਆਪਾਂ ਨਾਲ ਨਾਲ ਵਿਚਾਰਦੇ ਹਾਂ। ਫਿਰ ਇਹ ਸਾਰੀਆਂ ਚਰਚਾ ਆਪਾਂ ਸ਼ਾਮ ਦੇ ਦੀਵਾਨ ਵਿੱਚ ਆਪਾਂ ਇਹਦੇ ਨਾਲ ਸੰਬੰਧਿਤ ਸਾਰਾ ਕੁਝ ਤੁਸੀਂ ਸਵਾਲ ਕਰ ਸਕਦੇ ਹੋ। ਤੁਹਾਡੇ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਵੇ, ਔਰ ਇਹਨੂੰ ਜ਼ਰੂਰ ਸਾਰੇ ਸ਼ਮੂਲੀਅਤ ਕਰਨ ਦੀ ਕੋਸ਼ਿਸ਼ ਕਰਿਓ। ਅਸੀਂ ਅਕਸਰ ਇੱਕ ਲਾਮਾ ਦਿੰਦੇ ਹਾਂ ਵੀ ਗੁਰਦੁਆਰੇ ਸੰਗਤ ਦੇ ਲੈਵਲ ਦੇ ਹਿਸਾਬ ਨਾਲ ਸਮਾਗਮ ਨਹੀਂ ਹੁੰਦੇ, ਔਰ ਇਹ ਸੰਗਤ ਦੇ ਸੁਭਾਅ ਨਾਲ, ਤੁਹਾਡੇ ਹਿਸਾਬ ਨਾਲ ਹੀ ਸਮਾਗਮ ਰੱਖਿਆ ਗਿਆ ਵੀ ਤੁਸੀਂ ਰਲ ਮਿਲ ਕੇ ਚਰਚਾ ਕਰੀਏ। ਔਰ ਜੇ ਫਿਰ ਵੀ ਤੁਸੀਂ ਇਹ ਨਹੀਂ ਅਨਾਉਂਸਮੈਂਟ ਹੋ ਰਹੀ ਹੈ ਇੱਥੇ ਵੀ ਅਸੀਂ ਲੰਗਰ ਤਰ੍ਹਾਂ ਦੇ ਲਾਵਾਂਗੇ, ਅਸੀਂ ਇਹ ਨਹੀਂ ਕਹਿ ਰਹੇ ਵੀ ਤੁਹਾਨੂੰ ਜਦੋਂ ਤੁਸੀਂ ਆਓਗੇ ਤਾਂ ਤੁਹਾਨੂੰ ਖਾਣ ਨੂੰ ਪਕਵਾਨ ਬਹੁਤ ਤਰ੍ਹਾਂ ਦੇ ਮਿਲਣਗੇ, ਉਹ ਅਸੀਂ ਖਾਂਦੇ ਰਹਿੰਦੇ ਹਾਂ, ਉਹਦੇ 'ਚ ਕੋਈ ਵੱਡੀ ਗੱਲ ਨਹੀਂ। ਇਹ ਤੁਹਾਨੂੰ ਕਹਿ ਰਹੇ ਹਾਂ ਵੀ ਜੇ ਤੁਸੀਂ ਸਮਾਗਮ ਵਿੱਚ ਸ਼ਮੂਲੀਅਤ ਕਰੋਗੇ ਤੇ ਆਪਾਂ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਤੇ ਚਰਚਾ ਜ਼ਰੂਰ ਕਰਾਂਗੇ, ਕੁਝ ਨਾ ਕੁਝ ਲੱਭਣ ਦਾ ਯਤਨ ਜ਼ਰੂਰ ਕਰਾਂਗੇ। ਸੋ ਅੱਜ ਦਾ ਜਿਹੜਾ ਪਾਵਨ ਹੁਕਮ ਹੈ, ਉਸ ਵੇਲੇ ਸਵੱਬ ਨਾਲ ਗੁਰੂ ਸਾਹਿਬ ਜੀ ਦੀ ਬਖਸ਼ਿਸ਼, ਜਿਹੜਾ ਹੁਕਮ ਉਸ ਵੇਲੇ ਇਤਿਹਾਸ ਦੇ ਦਸਤਾਵੇਜ਼ ਦੱਸਦੇ ਨੇ। ਜਦੋਂ ਪਹਿਲੀ ਵਾਰ ਪ੍ਰਕਾਸ਼ ਹੋਇਆ ਤੇ ਤੁਸੀਂ ਵੇਖੋ ਮਹਾਰਾਜ ਨੇ ਕਿਹਾ, ਬਾਬਾ ਬੁੱਢਾ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਣੇ ਸਭ ਪੰਥ। ਕੀ ਅੱਜ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਪੰਥ ਸੁਣ ਰਿਹਾ? ਸਭ ਤੋਂ ਵੱਡਾ ਦੁਖਾਂਤ ਤਾਂ ਇਹ ਹੈ ਵੀ ਗ੍ਰੰਥ ਦੀ ਆਵਾਜ਼ ਪੰਥ ਹੀ ਨਹੀਂ ਸੁਣ ਰਿਹਾ, ਤੇ ਪੰਥ ਇਹ ਉਮੀਦ ਕਰਦਾ ਵੀ ਸਾਰਾ ਸੰਸਾਰ ਸੁਣੇ। ਇਹ ਇੱਦਾਂ ਹੈ ਜਿਵੇਂ ਆਪਣੇ ਪਿਤਾ ਬਾਰੇ ਬੱਚੇ ਆਪ ਹੀ ਨਾ ਜਾਣਦੇ ਹੋਣ ਤੇ ਉਮੀਦ ਹੀ ਇਹ ਕਰਦੇ ਹੋਣ ਵੀ ਸਾਡੇ ਪਿਓ ਨੂੰ ਸਾਰੀ ਦੁਨੀਆ ਜਾਣੇ। ਵੈਸੇ ਹੋਣਾ ਇਹ ਚਾਹੀਦਾ ਸੀ ਵੀ ਅੱਜ ਜਦੋਂ ਅਸੀਂ ਇਹ 550 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਬਾਬੇ ਨਾਨਕ ਨੇ ਸਾਨੂੰ ਲਾਇਆ, ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ 400 ਸਾਲਾ ਵੀ 2004 ਵਿੱਚ ਮਨਾ ਲਿਆ। ਹੋਣਾ ਤਾਂ ਇਹ ਚਾਹੀਦਾ ਸੀ ਵੀ ਅੱਜ ਅਸੀਂ ਹਿੰਦੂ ਵੀਰਾਂ ਨੂੰ ਦੱਸਦੇ ਵੀ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ, ਈਸਾਈਆਂ ਨੂੰ ਦੱਸਦੇ, ਮੁਸਲਮਾਨ ਵੀਰਾਂ ਨੂੰ ਦੱਸਦੇ, ਅਸੀਂ ਜੈਨੀਆਂ ਤੇ ਬੋਧੀਆਂ ਨੂੰ ਦੱਸਦੇ ਵੀ ਆਓ ਭਰਾਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿਚਲਾ ਸੱਚ ਸਮਝਾਈਏ। ਪਰ ਦੁਖਦਾਇਕ ਪੱਖ ਇਹ ਹੈ ਵੀ ਸਾਨੂੰ 550 ਸਾਲ ਬਾਅਦ ਅਜੇ ਸਿੱਖਾਂ ਨੂੰ ਹੀ ਦੱਸਣਾ ਪੈ ਰਿਹਾ ਵੀ ਤੁਹਾਡੇ ਪਿਤਾ ਦੇ ਵਿੱਚ ਕਿਹੜੀਆਂ ਕਿਹੜੀਆਂ ਕੁਆਲਿਟੀਆਂ ਨੇ। ਇਹ ਬੜੀ ਅਜੀਬ ਮੁਸ਼ਕਲ ਹੈ, ਔਰ ਉਹਦਾ ਕਾਰਨ ਹੈ ਵੀ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੇ ਬਹੁਤਾ ਗੌਰ ਨਹੀਂ ਕਰ ਸਕੇ। ਸੋ ਖੈਰ, ਸੂਹੀ ਰਾਗ ਵਿੱਚ ਉਚਾਰਨ ਕੀਤਾ ਪਾਵਨ ਹੁਕਮ ਹੈ। ਸੂਹੀ ਮਹਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। 1954 ਤੋਂ ਬਾਅਦ ਨਾ
ਸੰਤ ਦੀ ਡੈਫੀਨੇਸ਼ਨ ਸਿੱਖਾਂ ਨੇ ਬਦਲ ਲਈ। 1954 ਤੋਂ ਪਹਿਲਾਂ ਸੰਤ ਦੀ ਡੈਫੀਨੇਸ਼ਨ ਇਹ ਨਹੀਂ ਸੀ ਜਿਹੜੀ ਸੰਤ ਦੀ ਪਰਿਭਾਸ਼ਾ ਅੱਜ ਹੈ ਸਾਡੇ ਕੋਲ। ਤੁਸੀਂ ਜਦੋਂ ਭਾਈ ਮਨੀ ਸਿੰਘ ਬਾਰੇ ਪੜ੍ਹੋਗੇ ਤਾਂ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਵੀ ਭਾਈ ਮਨੀ ਸਿੰਘ ਦਾ ਲਿਬਾਸ ਕਿਹੋ ਜਿਹਾ ਸੀ, ਕਿੱਦਾਂ ਦੇ ਕੱਪੜੇ ਭਾਈ ਮਨੀ ਸਿੰਘ ਜੀ ਪਾਉਂਦੇ ਸਨ। ਤੁਹਾਨੂੰ ਕਿਸੇ ਨੂੰ ਇਹ ਵੀ ਨਹੀਂ ਕਦੀ ਦੱਸਿਆ ਗਿਆ ਵੀ ਜਿਹੜੇ ਪਹਿਲੇ ਗ੍ਰੰਥੀ ਲਾਏ ਗਏ, ਜਿਵੇਂ ਗਿਆਨੀ ਜੀ ਕਹਿ ਰਹੇ ਸਨ, ਬਾਬਾ ਬੁੱਢਾ ਜੀ, ਉਹਨਾਂ ਦੇ ਕੱਪੜੇ ਕਿਹੋ ਜਿਹੇ ਸਨ, ਉਹਨਾਂ ਦੀ ਚਮੜੀ ਕਿਹੋ ਜਿਹੀ ਸੀ, ਉਹਨਾਂ ਦੇ ਸਰੀਰ ਦਾ ਰੰਗ ਕਿਹੋ ਜਿਹਾ ਸੀ। ਕਿਉਂਕਿ ਸਿੱਖ ਦਾ ਸੰਬੰਧ ਸੁਰਤ ਨਾਲ ਹੈ, ਸਿੱਖ ਦਾ ਸੰਬੰਧ ਬਾਹਰੀ ਤੌਰ ਤੇ ਇਹਨਾਂ ਚੀਜ਼ਾਂ ਨਾਲ ਨਹੀਂ ਹੈ। ਪਰ 1947 ਤੋਂ ਬਾਅਦ, ਲਗਭਗ 1954 ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਸਿੱਖ ਦੀ ਪਰਿਭਾਸ਼ਾ ਸਾਡੀ ਸੁਰਤ ਵਿੱਚ, ਹਾਲਾਂਕਿ 1947 ਤੋਂ ਪਹਿਲਾਂ ਵੀ ਇਹ ਸਾਰਾ ਕੁਝ ਵਾਪਰਿਆ, ਪਰ ਸਿੱਖ ਨੇ ਉਹਨਾਂ ਨੂੰ ਸੰਤ ਨਹੀਂ, ਅਸੀਂ ਉਹਨਾਂ ਨੂੰ ਪਛਾਣ ਲਿਆ ਵੀ ਕਿਹੜੇ ਸੰਤ ਨੇ ਤੇ ਕਿਹੜੇ ਅਸੰਤ ਨੇ। ਕਿਉਂਕਿ ਉਦੋਂ ਤੱਕ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਸੀ। ਇਸ ਕਰਕੇ ਤੁਹਾਨੂੰ ਬਹੁਤੀ ਦੇਰ ਨਹੀਂ ਲੱਗੀ ਇਸ ਪਛਾਣ ਕਰਨ ਲਈ ਵੀ ਜਿਹੜਾ ਦਰਬਾਰ ਸਾਹਿਬ ਅੰਮ੍ਰਿਤਸਰ ਜਿਨ੍ਹਾਂ ਕੋਲ ਪ੍ਰਬੰਧ ਹੈ ਉਹ ਸਿੱਖ ਨੇ ਕਿ ਮਹੰਤ ਨੇ। ਜਦੋਂ ਤੁਸੀਂ ਸਾਕਾ ਨਨਕਾਣੇ ਦਾ ਇਤਿਹਾਸ ਪੜ੍ਹਿਆ ਤਾਂ ਤੁਹਾਨੂੰ ਬਹੁਤੀ ਦੇਰ ਨਹੀਂ ਲੱਗੀ ਵੀ ਇਹ ਜਿਹੜਾ ਮਹੰਤ ਨਰੈਣੂ ਹੈ ਸਿੱਖ ਹੈ ਜਾਂ ਮਹੰਤ ਨਰੈਣੂ ਹੈ। ਅਸੀਂ ਬਹੁਤ ਛੇਤੀ ਪਛਾਣ ਕਰ ਲਈ ਔਰ ਸਾਨੂੰ ਲੱਗਿਆ ਵੀ ਇਹਨਾਂ ਦੇ ਕੋਲੋਂ ਗੁਰਦੁਆਰੇ ਆਜ਼ਾਦ ਕਰਾਉਣੇ ਚਾਹੀਦੇ ਨੇ। ਜੇ ਬਹੁਤਾ ਚਿਰ ਗੁਰਦੁਆਰਿਆਂ 'ਚ ਰਹਿ ਗਏ ਤੇ ਇਹਨਾਂ ਨੇ ਸਾਰੀ ਪਰਿਭਾਸ਼ਾ ਗੁਰਮਤਿ ਦੀ ਉਲਟੀ ਸਿੱਧੀ ਕਰ ਦੇਣੀ। ਹਾਲਾਂਕਿ ਬਹੁਤ ਵੱਡਾ ਨੁਕਸਾਨ ਹੋਇਆ। ਔਰ 1954 ਤੋਂ ਬਾਅਦ ਸੰਤ ਦੀ ਪਰਿਭਾਸ਼ਾ ਜਿਹੜੀ ਅਸਲ 'ਚ ਤੁਹਾਡੇ ਜੇਲ੍ਹ 'ਚ ਬਿਠਾਉਣੀ ਚਾਹੁੰਦੇ ਸੀ ਉਹ ਬਹਿ ਗਈ। ਜਿਹੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ, ਜਿਹੜੀ ਗੁਰੂ ਅਰਜਨ ਸਾਹਿਬ ਪਾਤਸ਼ਾਹ, ਜਿਹੜਾ ਇਹ ਅੱਜ ਦਾ ਹੁਕਮ ਸੰਤ ਦੀ ਗੱਲ ਕਰ ਰਿਹਾ ਹੈ, ਉਹ ਕੋਈ ਚੋਲੇ ਵਾਲਾ ਚੁੰਮਟੇ ਵਾਲੇ ਦੀ ਸੰਤ ਦੀ ਗੱਲ ਨਹੀਂ ਹੋ ਰਹੀ, ਉਹ ਹੋ ਰਹੀ ਹੈ ਸਤ ਸੰਗੀ ਦੀ ਗੱਲ। ਜਿਹੜਾ ਬੰਦਾ ਉਸ ਰੱਬ ਦੀ ਵਿਚਾਰਧਾਰਾ ਅਕਾਲ ਪੁਰਖ ਵਾਹਿਗੁਰੂ ਦੇ ਅਧੀਨ ਚੱਲਦਾ ਹੈ, ਉਹ ਹਰ ਬੰਦਾ ਹੀ ਸੰਤ ਹੈ। ਉਹ ਭਾਵੇਂ ਮੇਲ ਹੋਵੇ ਤੇ ਭਾਵੇਂ ਉਹ ਫੀਮੇਲ ਹੋਵੇ। ਜੇ ਅਸੀਂ ਇਹ ਸੋਚਣਾ ਹੈ ਵੀ ਸੰਤ ਸਿਰਫ ਤੇ ਸਿਰਫ ਮੇਲ ਹੁੰਦਾ, ਫੀਮੇਲ ਸੰਤ ਨਹੀਂ ਹੋ ਸਕਦੀ ਜਾਂ ਹੋ ਸਕਦਾ, ਤਾਂ ਮੈਨੂੰ ਲੱਗਦਾ ਹੈ ਸਾਡੀ ਵਿਆਖਿਆ ਅਧੂਰੀ ਰਹੇਗੀ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਅਸੀਂ ਸਤ ਸੰਗੀ ਬਣੀਏ, ਅਸੀਂ ਰੱਬ ਦੇ ਸੰਤ ਬਣੀਏ, ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਸੰਤ ਬਣੀਏ। ਸਾਡੇ ਕਾਰਜ ਦੀ ਜ਼ਿੰਮੇਵਾਰੀ, ਸਾਡੇ ਜੀਵਨ ਦੀ ਜ਼ਿੰਮੇਵਾਰੀ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਏਗੀ। ਔਰ ਜੇ ਮੈਂ ਸੰਤ ਨਹੀਂ ਬਣ ਪਾ ਰਿਹਾ ਤੇ ਮੈਂ ਇਹ ਕਹਿ ਰਿਹਾ ਕਿ ਮੇਰੀ ਜ਼ਿੰਦਗੀ ਦੇ ਕਾਰਜ ਅਕਾਲ ਪੁਰਖ ਵਾਹਿਗੁਰੂ ਕਰੇ, ਤੇ ਇਹ ਇਦਾਂ ਹੈ ਜਿਵੇਂ ਸਾਰਾ ਸਾਲ ਕੋਈ ਵਿਦਿਆਰਥੀ ਪੜ੍ਹਾਈ ਨਾ ਕਰੇ ਤੇ ਸਾਲ ਬਾਅਦ ਉਹ ਉਮੀਦ ਇਹ ਲਾਵੇ ਮੈਂ ਇਸ ਸਕੂਲ ਦੇ ਵਿੱਚੋਂ ਫਸਟ ਡਿਵੀਜ਼ਨ ਲੈ ਕੇ ਪਾਸ ਹੋਵਾਂ। ਉਹਨੂੰ ਦੱਸਣ ਦੀ ਲੋੜ ਹੈ ਵੀ ਪੜ੍ਹਾਈ ਕਰਨੀ ਸੀ ਤਾਂ ਪਾਸ ਹੋਣਾ ਸੀ। ਤਾਂ ਹਰ ਬੰਦੇ ਨੂੰ ਗੁਰੂ ਸਾਹਿਬ ਜੀ ਜਦੋਂ ਸਤ ਸੰਗੀ ਰੂਪ ਵਿੱਚ ਸ਼ਬਦ ਵਰਤਦੇ ਨੇ, ਇੱਥੇ ਸ਼ਬਦ ਵਰਤੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਪਰਮਾਤਮਾ ਤੁਹਾਡੇ ਅੰਦਰ ਬੈਠਾ, ਤੁਹਾਡੇ ਅੰਦਰ ਪੋਜ਼ਿਟਿਵ એનર્ਜੀ ਪੈਦਾ ਕਰਦਾ ਹੈ, ਪਰ ਅਸੀਂ ਸਮਾਜ ਦਾ ਪ੍ਰਭਾਵ ਕਬੂਲਦੇ ਹਾਂ, ਇਸ ਕਰਕੇ ਬਹੁਤ ਵਾਰ ਅਸੀਂ ਨੈਗੇਟਿਵ ਹੋ ਜਾਂਦੇ। ਔਰ ਮਹਾਰਾਜ ਕਹਿੰਦੇ ਧਰਤ ਸੁਹਾਵੀ ਤਾਲ ਸੁਹਾਵਾ। ਧਰਤ ਇਹ ਸਰੀਰ ਰੂਪੀ ਧਰਤੀ ਖੂਬਸੂਰਤ ਹੋ ਗਈ। ਕਿਉਂ? ਕਿਉਂਕਿ ਇਹਦੇ ਅੰਦਰ ਬਿਰਤੀ ਸੰਤ ਵਾਲੀ ਬਣ ਗਈ। ਹੋ ਸਾਡਾ ਸੁਭਾਅ ਸਤ ਸੰਗੀ ਹੋ ਗਿਆ ਤੇ ਇਹ ਸਰੀਰ ਧਰਤੀ ਖੂਬਸੂਰਤ ਬਣ ਗਈ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਮੇਰੇ ਜੀਵਨ ਦੇ ਅੰਦਰ ਗੁਰੂ ਦੀ ਸਿੱਖਿਆ ਰੂਪੀ ਅੰਮ੍ਰਿਤ ਜਲ ਸਦਾ ਵਾਸਤੇ ਟਿਕ ਗਿਆ। ਅੰਮ੍ਰਿਤ ਜਲ ਛਾਇਆ, ਪੂਰਨ ਸਾਜ ਕਰਾਇਆ। ਪੂਰਨ ਸਾਜ ਦਾ ਮਤਲਬ ਹੈ ਮੇਰੀ ਜ਼ਿੰਦਗੀ ਕੰਪਲੀਟ ਗੁਰੂ ਦੀ ਦੱਸੀ ਮੱਤ ਮੁਤਾਬਕ ਹੁਣ ਉਹੋ ਹੀ ਸਾਜ ਮੇਰੇ ਜੀਵਨ ਵਿੱਚੋਂ ਨਿਕਲਦਾ ਜਿਹੜਾ ਗੁਰੂ ਸਾਹਿਬ ਕੱਢਣਾ ਚਾਹੁੰਦੇ ਨੇ। ਔਰ ਇਹ ਚੈੱਕ ਕਰਿਓ ਕਿ ਮੇਰੀ ਅੱਖਾਂ ਵਿੱਚ ਉਹ ਸਾਜ ਨਿਕਲਦਾ ਜਿਹੜਾ ਗੁਰੂ ਕੱਢਣਾ ਚਾਹੁੰਦਾ, ਕਿ ਮੇਰੀ ਸੁਰਤ ਵਿੱਚ ਉਹੀ ਸਾਜ ਚੱਲਦਾ। ਸਾਜ ਦਾ ਮਤਲਬ ਹੁੰਦਾ ਜਿਹਦੇ ਵਿੱਚੋਂ ਲੈ ਨਿਕਲਦੀ ਹੈ, ਸੁਰ ਤਾਲ ਨਿਕਲਦਾ ਹੈ। ਅੱਜ ਦੀ ਭਾਸ਼ਾ ਜੇ ਸੌਖੇ ਸ਼ਬਦਾਂ 'ਚ ਕਹਿਣਾ ਹੋਵੇ, ਜਿਵੇਂ ਵਾਜੇ ਵਿੱਚ ਜਿਹੜੀ ਸੁਰ ਤੇ ਹੱਥ ਰੱਖੋਗੇ ਨਾ ਉਹੋ ਸੁਰ ਵਾਜੇ ਵਿੱਚੋਂ ਨਿਕਲਣੀ। ਇਹ ਸਰੀਰ ਸਾਜ ਉਸ ਕਰਤੇ ਨੇ ਸਾਜਿਆ। ਇਸ ਸਰੀਰ ਸਾਜ ਦੇ ਵਿੱਚੋਂ ਤੁਸੀਂ ਕਿਹੜੀ ਆਵਾਜ਼ ਕੱਢਣਾ ਚਾਹੁੰਦੇ ਹੋ, ਕਿਹੋ ਜਿਹਾ ਸੁਭਾਅ ਦਾ ਘੜਨਾ ਚਾਹੁੰਦੇ ਹੋ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਤੁਹਾਡੇ ਸਾਹਮਣੇ ਬੜੀ ਕਲੀਅਰ ਸਟੇਟਮੈਂਟ ਦਿੱਤੀ ਹੈ ਕਿ ਆਪਣੇ ਅੰਦਰ ਗੁਰੂ ਦਾ ਸਾਜ ਪੈਦਾ ਕਰੋਗੇ ਤੇ ਗੁਰੂ ਦਾ ਸਾਜ ਹੀ ਨਿਕਲੇਗਾ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਮ੍ਰਿਤ ਜਲ ਛਾਇਆ, ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਮੇਰੇ ਸਾਰੇ ਹੀ ਮਨੋਰਥ ਪੂਰੇ ਹੋ ਗਏ। ਜਿਹੜਾ ਗੁਰੂ ਦਾ ਸਿੱਖ ਹੁੰਦਾ ਹੈ ਨਾ, ਉਹਦਾ ਮਨੋਰਥ ਪਤਾ ਕੀ ਹੈ? ਸਭ ਤੋਂ ਵੱਡਾ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਮਨੋਰਥ ਕੀ ਹੈ ਮੇਰਾ? ਜਿਹੜਾ ਸਾਹ ਚੱਲੇ ਨਾ, ਮਹਾਰਾਜ ਤੇਰੀ ਮਰਜ਼ੀ 'ਚ ਲੰਘ ਜਾਏ।
ਔਰ ਇਹ ਪੂਰਾ ਹੋ ਸਕਦਾ ਜੇ ਅਸੀਂ ਸਤਿਗੁਰਾਂ ਦੀ ਬਾਣੀ ਨਾਲ ਸਹੀ ਅਰਥਾਂ 'ਚ ਜੁੜਦੇ ਹਾਂ। ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ। ਸਾਰੇ ਸੰਸਾਰ ਵਿੱਚ ਉਹਦੀ ਜੈ ਜੈਕਾਰ ਹੁੰਦੀ ਹੈ ਤੇ ਉਹਦੇ ਅੰਦਰੋਂ ਝੋਰੇ ਸ਼ਿਕਵੇ ਸ਼ਿਕਾਇਤਾਂ ਸਦਾ ਵਾਸਤੇ ਮੁੱਕ ਜਾਂਦੀਆਂ ਹਨ। ਮਹਾਰਾਜ ਬਖਸ਼ਿਸ਼ ਕਰਦੇ, ਪੂਰਨ ਪੁਰਖ ਅਚੁੱਤ ਅਬਿਨਾਸੀ ਜਸ ਵੇਦ ਪੁਰਾਣੀ ਗਾਇਆ। ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਮਾਤਮਾ ਦੇ ਗੁਣ ਬਹੁਤ ਪੱਧਰ ਤੇ, ਬਹੁਤ ਵੱਡੇ ਪੱਧਰ ਤੇ ਸੰਸਾਰ ਦਾ ਬਹੁਤ ਵੱਡਾ ਹਿੱਸਾ ਗਾਉਂਦਾ ਹੈ, ਪਰ ਵਿਰਲੇ ਨੇ ਜਿਹੜੇ ਉਹਨੂੰ ਆਪਣੀ ਜ਼ਿੰਦਗੀ ਦੇ ਅੰਦਰ ਵਸਾਉਂਦੇ ਹਨ। ਸਤਿਗੁਰੂ ਜੀ ਬਖਸ਼ਿਸ਼ ਕਰਦੇ, ਫਿਰ ਕਹਿੰਦੇ ਆਪਣਾ ਬਿਰਧ ਰੱਖਿਆ ਪਰਮੇਸ਼ਰ। ਉਹਦਾ ਸੁਭਾਅ ਹੈ ਉਹ ਆਪਣਿਆਂ ਦੀ ਰੱਖਿਆ ਕਰਦਾ, ਪਰ ਕੋਈ ਉਹਦਾ ਆਪਣਾ ਬਣੇ ਸਹੀ। ਅਸੀਂ ਕਹਿੰਦੇ ਹਾਂ ਨਾ ਮੇਰਾ ਚੇਤਾ ਭੁੱਲ ਜਾਂਦਾ, ਉਹਨੂੰ ਚੇਤਾ ਨਹੀਂ ਭੁੱਲਦਾ, ਅਸੀਂ ਉਹਦੇ ਬਣਦੇ ਨਹੀਂ। ਜਿਹੜਾ ਉਹਦਾ ਬਣਦਾ ਹੈ ਨਾ ਉਹਦੀ ਉਹ ਰੱਖਿਆ ਕਰਦਾ ਹੈ। ਸਿਰਫ ਗੱਲ ਇੰਨੀ ਹੈ ਵੀ ਜੇ ਆਪਾਂ ਸਵੀਕਾਰ ਕਰ ਲਈਏ ਵੀ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਕਾ ਅੰਤਰਜਾਮੀ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਤੇ ਇਹਦੀਆਂ ਪਹਿਲੀਆਂ ਪੰਕਤੀਆਂ ਨੇ ਫਿਰ ਸ਼ਬਦ ਦੀਆਂ ਊਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲੱਗੈ ਜੈ ਐਸੇ ਬੁਝੀਆ। ਜਿਹਦੇ ਐਸੇ ਨਾਲ ਸਾਂਝ ਪੈ ਜਾਏ ਉਹਦੀ ਜ਼ਿੰਦਗੀ 'ਚੋਂ ਡਰ ਮੁੱਕ ਜਾਂਦਾ, ਸਹਿਮ ਮੁੱਕ ਜਾਂਦਾ, ਉਹਦੇ ਫਿਕਰ ਮੁੱਕ ਜਾਂਦੇ ਹਨ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਫਿਰ ਅਗਲੇਰੇ ਬੰਦ 'ਚ ਬਖਸ਼ਿਸ਼ ਕਰਦੇ, ਕਹਿੰਦੇ ਨਾਮ ਨਿਧ ਸਿੱਧ ਰਿੱਧ ਦੀਨੇ ਕਰਤੇ ਤੋਟ ਨਾ ਆਵੇ ਕਾਈ ਰਾਮ। ਮੈਂ ਇੱਕ ਵਾਰ ਬੇਨਤੀ ਕੀਤੀ ਸੀ ਵੀ ਜਦੋਂ ਬਾਣੀ 'ਚ ਨਾਮ ਨਿਧ ਰਿੱਧ ਸਿੱਧ ਸ਼ਬਦ ਆਉਂਦਾ ਹੈ ਨਾ, ਤੇ ਅਸੀਂ ਨਾ ਜਦੋਂ ਸ਼ਬਦ ਬਾਣੀ 'ਚ ਆਉਂਦੇ ਨੇ ਵਿਆਖਿਆ ਕਈ ਵਾਰ ਅਸੀਂ ਬਨਾਰਸ ਵਾਲੀ ਸਮਝਣ ਲੱਗ ਪੈਂਦੇ ਹਾਂ। ਰਿੱਧੀਆਂ ਸਿੱਧੀਆਂ ਹਾਸਲ ਹੋ ਜਾਂਦੀਆਂ ਨੇ। ਰਿੱਧੀ ਸਿੱਧੀ ਗੁਰਮਤਿ ਦੀ ਕੀ ਹੈ? ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਸਿੱਖ ਵਾਸਤੇ ਗੁਰੂ ਦੀ ਸਿੱਖਿਆ ਤੋਂ ਵੱਡੀ ਕੋਈ ਵੀ ਰਿੱਧੀ ਸਿੱਧੀ ਨਹੀਂ ਹੈ। ਜਿਸ ਸਿੱਖ ਕੋਲ ਗੁਰੂ ਦੀ ਸਿੱਖਿਆ ਹੈ ਨਾ ਉਹ ਸਭ ਤੋਂ ਵੱਡੀ ਰਿੱਧੀ ਸਿੱਧੀ ਹਾਸਲ ਕਰ ਲੈਂਦਾ ਹੈ। ਉਹ ਕਿੱਥੇ ਹੈ? ਗੁਰੂ ਸਾਹਿਬ ਜੀ ਕਹਿੰਦੇ ਤੇਰੇ ਸਰੀਰ ਵਿੱਚ ਹੈ ਭਾਈ, ਆਪਣੇ ਅੰਦਰੋਂ ਲੱਭਣ ਦੀ ਕੋਸ਼ਿਸ਼ ਕਰ। ਖਾਤ ਖਰਚਤ ਬਿਲਸ਼ਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ। ਖਾਂਦਿਆਂ ਪੀਂਦਿਆਂ ਖਰਚਦਿਆਂ ਇਹਦੇ ਵਿਹਾਰ ਮੁਤਾਬਕ ਜ਼ਿੰਦਗੀ ਜਿਉਂਦਿਆਂ ਬੰਦੇ ਦਾ ਜੀਵਨ ਸੁਖਾਲਾ ਹੋ ਜਾਂਦਾ ਹੈ ਤੇ ਕਰਤੇ ਦੀ ਦਾਤ ਦਿਨ ਰਾਤ ਚੌਗਣੀ ਸਾਡੇ ਅੰਦਰ ਵੱਧਦੀ ਜਾਂਦੀ ਹੈ। ਘਾਟਾ ਨਹੀਂ ਪੈਂਦਾ ਕਦੇ। ਖਾਵੇਂ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਏ। ਇੱਕ ਖਜ਼ਾਨਾ ਐਸਾ ਹੈ ਜਿਹੜਾ ਹਰ ਵੇਲੇ ਵੱਧਦਾ ਜਾਂਦਾ। ਦਾਤ ਸਵਾਈ ਨਿਖੁੱਟ ਨਾ ਜਾਈ ਅੰਤਰਜਾਮੀ ਪਾਇਆ। ਜਦੋਂ ਮੈਂ ਉਸ ਕਰਤੇ ਨੂੰ ਪਾ ਲਿਆ ਜਿਹੜਾ ਹਰ ਦਿਲ ਵਿੱਚ ਵੱਸਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਦਾਤ ਕਦੇ ਵੀ ਖਤਮ ਨਹੀਂ ਹੁੰਦੀ। ਕੋਟ ਬਿਗਨ ਸਗਲੇ ਉੱਠ ਨਾਠੇ ਦੁੱਖ ਨਾ ਨੇੜੇ ਆਇਆ। ਕਰੋੜਾਂ ਵਿਘਨ ਉਹਦੀ ਜ਼ਿੰਦਗੀ 'ਚੋਂ ਸਦਾ ਵਾਸਤੇ ਨਾਸ਼ ਹੋ ਜਾਂਦੇ ਨੇ, ਉਹਦੇ ਜੀਵਨ ਵਿੱਚੋਂ ਦੌੜ ਜਾਂਦੇ ਨੇ, ਤੇ ਦੁੱਖ ਉਹਦੇ ਨੇੜੇ ਨਹੀਂ ਆਉਂਦਾ ਜਿਹੜਾ ਗੁਰੂ ਦੀ ਸਿੱਖਿਆ ਦੇ ਮੁਤਾਬਕ ਜ਼ਿੰਦਗੀ ਨੂੰ ਜਿਉਂਦਾ ਹੈ। ਸ਼ਾਂਤ ਸਹਿਜ ਆਨੰਦ ਘਨੇਰੇ ਬਿਨਸੀ ਭੂਖ ਸਬਾਈ। ਉਹਦੇ ਅੰਦਰ ਦੀ ਭੁੱਖ ਸਦਾ ਵਾਸਤੇ ਖਤਮ ਹੋ ਜਾਂਦੀ ਹੈ। ਨਾਨਕ ਗੁਣ ਗਾਵੇਂ ਸੁਆਮੀ ਕੇ ਅਚਰਜ ਜਿਸ ਵਡਿਆਈ ਰਾਮ। ਉਸ ਅਕਾਲ ਪੁਰਖ ਵਾਹਿਗੁਰੂ ਦੇ ਹੇ ਨਾਨਕ ਸਦਾ ਹੀ ਉਹ ਸੰਤ ਜਨ ਗੁਣ ਗਾਉਂਦੇ ਨੇ, ਰੱਬ ਦੇ ਪਿਆਰੇ ਗੁਣ ਗਾਉਂਦੇ ਨੇ, ਜਿਹਦੀ ਵਡਿਆਈ ਸੱਚੀ ਮੁੱਚੀ ਸ਼ਬਦਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ। ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਬੰਦਾ ਫਿਰ ਆਪਣੀ ਅਕਲ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ। ਅਕਾਲ ਪੁਰਖ ਵਾਹਿਗੁਰੂ ਜੀ ਦੀ ਅਕਲ ਲੈ ਕੇ, ਬਾਣੀ ਤੋਂ ਅਕਲ ਲੈ ਕੇ ਜ਼ਿੰਦਗੀ ਜਿਉਂਦਾ। ਭਗਤ ਸੋਹਣ ਹਰਿ ਕੇ ਗੁਣ ਗਾਵੇਂ ਸਦਾ ਕਰੇ ਜੈਕਾਰਾ ਰਾਮ। ਉਹਨਾਂ ਦਾ ਜੀਵਨ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿੰਦਾ। ਸੋ ਜਿੱਥੇ ਕਿਤੇ ਢਹਿੰਦੀ ਕਲਾ ਆਉਂਦੀ ਹੈ ਨਾ, ਉਹਦਾ ਮਤਲਬ ਇਹ ਹੁੰਦਾ ਵੀ ਅਸੀਂ ਗੁਰੂ ਦਾ ਸਿਧਾਂਤ ਛੱਡ ਬੈਠੇ ਹਾਂ। ਅਦਰਵਾਈਜ਼ ਤੱਤੀਆਂ ਤਵੀਆਂ ਤੇ ਵੀ ਸਿੱਖ ਚੜ੍ਹਦੀ ਕਲਾ 'ਚ ਰਹਿੰਦਾ। ਮੈਂ ਅਕਸਰ ਕਹਿੰਦਾ ਹੁੰਦਾ ਵੀ ਜਿਸ ਮਾਂ ਦੇ ਸਾਹਮਣੇ ਉਹਦੇ ਪੁੱਤ ਦੇ ਟੁਕੜੇ ਕਰਕੇ ਗਲ ਝਾਰ ਪਾਏ ਹੋਣ ਤੇ ਫਿਰ ਵੀ ਮੁਸਕਰਾ ਰਹੀ ਹੋਵੇ, ਇਹ ਤੋਂ ਵੱਡੀ ਚੜ੍ਹਦੀ ਕਲਾ ਦੀ ਮਿਸਾਲ ਹੋਰ ਕੀ ਹੋ ਸਕਦੀ ਹੈ ਭਲਾ। ਔਰ ਤੁਸੀਂ ਆਪਣੇ ਦੁੱਖਾਂ ਨੂੰ ਵੇਖਿਓ ਵੀ ਐਡਾ ਵੱਡਾ ਦੁੱਖ ਤੇ ਅੱਜ ਕਿਸੇ ਦੇ ਸਾਹਮਣੇ ਨਹੀਂ ਹੈ, ਤੇ ਜੇ ਏਡੇ ਵੱਡੇ ਦੁੱਖ ਵਿੱਚ ਹੱਸਦਿਆਂ ਰਹਿ ਸਕਦਾ ਬੰਦਾ ਤਾਂ ਇਹਦਾ ਮਤਲਬ ਹੈ ਛੋਟੇ ਮੋਟੇ ਦੁੱਖ ਸਾਨੂੰ ਦੁਖੀ ਨਹੀਂ ਕਰਦੇ। ਗੁਣ ਗਾਏ ਗੋਬਿੰਦ ਆਨੰਦ ਉਪਜੇ ਸਾਧ ਸਾਧ ਸੰਗਤ ਸੰਗ ਬਣੀ। ਜਦੋਂ ਗੁਰੂ ਦੀ ਸੰਗਤ ਨਾਲ ਮੇਰੀ ਬਣ ਆ ਗਈ, ਅਜੇ ਨਾ ਸਾਡੀ ਸੰਗਤ ਨਾਲ ਬਣੀ ਨਹੀਂ ਹੈ। ਬਣੀ ਦਾ ਮਤਲਬ ਹੁੰਦਾ ਹੈ ਤੁਸੀਂ ਭੱਜ ਕੇ ਜਾਂਦੇ ਹੋ ਉੱਥੇ, ਤੇ ਜਦੋਂ ਬਣੀ ਨਾ ਹੋਵੇ ਫਿਰ ਕਈ ਵਾਰ ਧੱਕੇ ਨਾਲ ਲੈ ਕੇ ਜਾਣਾ ਪੈਂਦਾ। ਜਿਹਦੇ ਨਾਲ ਤੁਹਾਡੀ ਬਣੀ ਹੋਵੇ ਨਾ, ਤੁਸੀਂ ਭੱਜ ਕੇ ਜਾਂਦੇ ਹੋ,
ਤੇ ਜਿਹਦੇ ਨਾਲ ਤੁਹਾਡੀ ਬਣੀ ਨਾ ਹੋਵੇ ਤੇ ਕਈ ਵਾਰ ਬੰਨ ਬੰਦ ਕੇ ਉੱਥੇ ਬੰਦਾ ਲੈ ਕੇ ਜਾਂਦਾ, ਫਿਰ ਤੁਸੀਂ ਮੂੰਹ ਜਿਹਾ ਵੱਟ ਕੇ ਬੈਠੇ ਰਹੇ ਨੇ, ਅੱਧਾ ਪੌਣੇ ਘੰਟੇ ਬਾਅਦ ਬੰਦਾ ਫਿਰ ਵਾਪਸ ਆ ਜਾਂਦਾ ਹੈ। ਸਾਡੀ ਅਜੇ ਗੁਰੂ ਨਾਲ ਬਣੀ ਨਹੀਂ, ਇਸ ਕਰਕੇ ਅਸੀਂ ਬੱਧਾ ਚੱਕੀ ਜੇ ਭਰੇ ਨਾ ਗੁਣ ਨਾ ਉਪਕਾਰ, ਉਹਦੇ ਚ ਕੁਝ ਵੀ ਪ੍ਰਾਪਤ ਨਹੀਂ ਹੋਣਾ। ਸੋ ਆਓ ਗੁਰੂ ਨਾਲ ਸਾਡੀ ਬਣ ਆਵੇ। ਜਿਨ ਉਦਮ ਕੀਆ ਤਾਲ ਕੇਰਾ ਤਿਸकी ਉਪਮਾ ਕਿਆ ਗਨੀ, ਇਸ ਸਰੀਰ ਨੂੰ ਜਿਸ ਕਰਤੇ ਨੇ ਸਾਜਿਆ ਉਹਦੀ ਕੀ ਉਪਮਾ ਕਰੀਏ। ਅਸੀਂ ਤਾਲ ਦੇ ਅਰਥ ਨਾਲ ਆਪਣੀ ਮਰਜ਼ੀ ਦੇ ਮੁਤਾਬਕ ਕਰਦੇ ਹਾਂ, ਪਰ ਤਾਲ ਦਾ ਅਰਥ ਇਹ ਸੋਹਣਾ ਸਰੀਰ ਹੈ ਜਿਹਦੇ ਅੰਦਰ ਉਸ ਕਰਤੇ ਨੇ ਸਾਜ ਸਾਜਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਬਖਸ਼ਿਸ਼ ਕਰਦੇ, 68 ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ। ਜਿਹੜਾ ਗੁਰੂ ਨਾਲ ਜੁੜ ਜਾਂਦਾ ਉਹਦੇ ਵਾਸਤੇ ਗੁਰੂ ਦੀ ਸਿੱਖਿਆ ਮਾਨੋ 68 ਤੀਰਥਾਂ ਦਾ ਕੰਮ ਕਰਦੀ ਹੈ। ਤੇ ਗੁਰੂ ਦੀ ਸਿੱਖਿਆ ਨਿਰਮਲ ਚਾਰਾ, ਸੋਹਣੇ ਖਿਆਲ ਜੀਵਨ ਵਿੱਚ ਪੈਦਾ ਹੋ ਜਾਣਾ, ਗੁਰੂ ਦੇ ਨਾਲ ਸਾਂਝ ਪਾਉਣਾ ਹੈ। ਪਤਿਤ ਪਾਵਨ ਬਿਰਧ ਸੁਆਮੀ ਨਾਨਕ ਸ਼ਬਦ ਆਧਾਰਾ। ਉਹ ਮਨੁੱਖ ਪਤਿਤ ਤੋਂ ਪਾਵਨ ਹੋ ਜਾਂਦਾ ਹੈ ਤੇ ਉਹਦਾ ਆਸਰਾ ਸ਼ਬਦ ਬਣ ਜਾਂਦਾ ਹੈ। ਅਸੀਂ ਵੀ ਸ਼ਬਦ ਨੂੰ ਆਪਣਾ ਆਸਰਾ ਬਣਾਉਣ ਦਾ ਯਤਨ ਕਰੀਏ। ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕਵਨ ਕਰੀਜੈ। ਉਸ ਗੁਣਾਂ ਦੇ ਮਾਲਕ ਦੀ ਕਿਹੜੀ ਕਿਹੜੀ ਉਸਤਤ ਮੈਂ ਆਪਣੀ ਜ਼ੁਬਾਨ ਨਾਲ ਕਰਾਂ, ਆਪਣੀ ਰਸਨਾ ਨਾਲ ਕਰਾਂ। ਸੰਤਾਂ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀਜੈ ਰਾਮ। ਇੱਕੋ ਹੀ ਬੇਨਤੀ ਹੈ, ਸੰਤਾਂ ਕੀ, ਕਿਹੜੇ ਸੰਤ ਜਨ ਜਿਹੜੇ ਆਪਾਂ ਬੈਠੇ ਹੁਣ ਸਾਹਮਣੇ। ਬਾਣੀ ਦੀ ਇਹ ਵੇਖ ਨਵੀਨਤਾ ਵੀ ਬਾਣੀ ਹਰ ਵੇਲੇ ਨਵੀਂ ਹੈ। ਅਸੀਂ ਅੱਜ ਇੱਕ ਗੁਜ਼ਾਰਿਸ਼ ਕਰ ਰਹੇ ਹਾਂ ਸਾਰੇ, ਅੱਜ ਵੀ ਇਹ ਸ਼ਬਦ ਸਾਨੂੰ ਆਪਣੇ ਆਪ ਤੇ ਓਨਾ ਹੀ ਪ੍ਰੇਰਨਾ ਦਿੰਦਾ ਹੈ। ਸੰਤਾਂ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀਜੈ ਰਾਮ। ਸਿੱਖਿਆ ਗੁਰੂ ਦਾ ਨਾਮ ਸਾਡੀ ਝੋਲੀ ਵਿੱਚ ਪਾ ਦਿਓ। ਨਾਮ ਦੀਜੈ ਦਾਨ ਕੀਜੈ ਬਿਸਰ ਨਾਹੀ ਇੱਕ ਖੇਨੋ। ਇਹ ਦਾਨ ਸਾਨੂੰ ਦਿਓ ਜਿਹੜਾ ਇੱਕ ਪਲ ਵੀ ਸਾਡੇ ਤੋਂ ਵਿਸਰੇ ਨਾ, ਸਾਡੇ ਤੋਂ ਦੂਰ ਨਾ ਜਾਵੇ। ਗੁਣ ਗੋਪਾਲ ਉਚਰ ਰਸਨਾ ਸਦਾ ਗਾਈਐ। ਅਨਦਿਨੋ ਗੁਰੂ ਦੇ ਗੁਣਾਂ ਨੂੰ ਆਪਣੀ ਰਸਨਾ ਨਾਲ ਹਮੇਸ਼ਾ ਗਾਉਂਦੇ ਰਹਿਣਾ। ਇਹ ਗੁਰੂ ਦੀ ਸਿੱਖਿਆ ਤੇ ਚੱਲਣਾ ਹੈ। ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀਜੈ। ਜਿਹਦੀ ਸਾਂਝ ਗੁਰੂ ਨਾਲ ਪੈ ਜਾਏ ਉਹਦਾ ਮਨ, ਪਹਿਲਾ ਸ਼ਬਦ ਮਨ ਹੈ, ਦੂਜਾ ਤਨ ਹੈ। ਜੇ ਮਨ ਨਹੀਂ ਭਿੱਜਾ ਤੇ ਤਨ ਨੇ ਨਹੀਂ ਭਿੱਜਣਾ। ਜਿਹਦਾ ਮਨ ਭਿੱਜੇਗਾ ਉਹਦਾ ਤਨ ਭਿੱਜੇਗਾ, ਤੇ ਜਿਹਦਾ ਮਨ ਭਿੱਜਾ ਹੋਵੇ ਤਨ ਫਿਰ ਭਾਵੇਂ ਕੋਈ ਨਿੱਕਾ ਨਿੱਕਾ ਕਰਕੇ ਪੋਰੀ ਪੋਰੀ ਕੱਟ ਦੇ, ਕੀ ਫਰਕ ਪੈਂਦਾ। ਇਸੇ ਕਰਕੇ ਮਨ ਭਿੱਜੇ ਵਾਲਿਆਂ ਦੇ ਸਾਹਮਣੇ ਜਦੋਂ ਕਿਹਾ ਨਾ ਵੀ ਜੇ ਇਹਦੇ ਤੇ ਚੱਲਣਾ ਹੈ ਤੇ ਤੁਹਾਡਾ ਬੰਦ ਕੱਟਣਾ ਪਏਗਾ। ਤੇ ਬੰਦ ਕੱਟਣ ਵਾਲੇ ਨੇ ਟੋਕਾ ਜਦੋਂ ਗੁੱਟ ਤੇ ਰੱਖਿਆ, ਤੁਸੀਂ ਵੇਖੋ ਕਿੰਨੀ ਕੁ ਦਲੇਰੀ ਹੋਣੀ ਹੈ ਸਿੱਖ ਦੇ ਅੰਦਰ, ਔਰ ਕਿੰਨਾ ਕੁ ਸਹਿਜ ਵਿੱਚ ਹੋਣਾ ਹੈ, ਕਿੰਨਾ ਕੁ ਬੰਦਾ ਪੇਸ਼ੈਂਸ ਰੱਖ ਕੇ ਬੈਠਾ ਹੋਏਗਾ। ਟੋਕਾ ਚਲਾਉਣ ਵਾਲੇ ਨੂੰ ਕਹਿੰਦਾ ਵੀ ਤੇਰੇ ਮਾਲਕ ਦਾ ਹੁਕਮ ਹੈ ਬੰਦ ਕੱਟਣਾ, ਤੇ ਬੰਦ ਗੁੱਟ ਤੋਂ ਨਹੀਂ, ਬੰਦ ਪੋਟੇ ਤੋਂ ਸ਼ੁਰੂ ਹੁੰਦਾ ਹੈ। ਹੱਥੋਂ ਡਿੱਗਿਆ ਉਹਦੇ ਟੋਕਾ ਵੀ ਹੱਦ ਹੋ ਗਈ। ਇਹੋ ਜਿਹੇ ਬੰਦੇ ਜਿਹੜੇ ਮੌਤ ਵੇਖ ਕੇ ਵੀ ਇਹ ਦੂਜੇ ਨੂੰ ਅਹਿਸਾਸ ਕਰਾ ਸਕਦੇ ਨੇ, ਇਹ ਦੁਨੀਆ ਦੀ ਤਾਕਤ ਬਣਨਗੇ ਇੱਕ ਦਿਨ। ਪਰ ਕਿਹਨੂੰ ਪਤਾ ਸੀ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਲਾੜੀ ਛੱਡ ਦੇਣਾ। ਇਸ ਕਰਕੇ ਦਰ ਦੇ ਮੰਗਤੇ ਵੀ ਬਣ ਸਕਦੇ ਨੇ। ਜਿੱਦਣ ਗੁਰੂ ਦੇ ਦਰ ਤੇ ਆ ਜਾਣਗੇ ਇਹ ਪਾਤਸ਼ਾਹ ਬਣ ਜਾਣਗੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਬਿਨਵੰਤ ਨਾਨਕ ਇਛ ਪੁੰਨੀ ਪੇਖ ਦਰਸ਼ਨ ਜੀਜੈ। ਮੈਂ ਗੁਰੂ ਦੇ ਦਰਸ਼ਨ ਕਰ ਕਰਕੇ ਜੀਣਾ। ਤੇ ਗੁਰੂ ਦੇ ਦਰਸ਼ਨ ਕਰਨਾ ਇਹ ਨਹੀਂ ਹੁੰਦਾ ਵੀ ਗੁਰਦੁਆਰੇ ਆਏ ਸਾਹਮਣੇ ਪਾਲਕੀ ਵੇਖੀ ਤੇ ਅਸੀਂ ਗੁਰੂ ਦੇ ਦਰਸ਼ਨ ਕਰ ਲੈ। ਦਰਸ਼ਨ ਦਾ ਮਤਲਬ ਜਾਣਨਾ ਹੁੰਦਾ ਹੈ। ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪਤਾ ਹੀ ਕੁਝ ਨਹੀਂ ਤੇ ਫਿਰ ਇਹ ਨਾ ਕਿਹਾ ਕਰੋ ਕਿ ਅਸੀਂ ਗੁਰੂ ਦੇ ਦਰਸ਼ਨ ਕਰਕੇ ਆਏ ਹਾਂ। ਜਿਹੜਾ ਅਕਾਲ ਤਖਤ ਦੇ ਦਰਸ਼ਨ ਕਰ ਆਵੇ, ਦਰਬਾਰ ਸਾਹਿਬ ਦੇ ਦਰਸ਼ਨ ਕਰ ਆਵੇ, ਤੇ ਘਰ ਵਿੱਚ ਫਿਰ ਵੱਡਾ ਛੋਟਾ ਅਮੀਰ ਗਰੀਬ ਅਜੇ ਵੀ ਸੁਰਤ ਵਿੱਚ ਚੱਲਦਾ, ਇਹਦਾ ਮਤਲਬ ਉਹ ਬਿਲਡਿੰਗ ਵੇਖ ਕੇ ਆਇਆ, ਉਹ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਨਹੀਂ ਆਇਆ। ਗੁਰੂ ਬਾਬਾ ਮਿਹਰ ਕਰੇ। ਇਹ ਸਾਰੀ ਚਰਚਾ ਆਪਾਂ ਸ਼ਾਮ ਦੇ ਦੀਵਾਨ ਵਿੱਚ ਕਰਾਂਗੇ। ਭੁੱਲਾਂ ਚੁੱਕਾਂ ਲਈ ਖਿਮਾ, ਸਮੇਂ ਤੋਂ ਥੋੜਾ ਜਿਹਾ ਅੱਗੇ ਚਲਾ ਗਿਆ ਉਹਦੇ ਲਈ ਮੈਂ ਮਾਫੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।